Hello everyone, students. Today ਅੱਜ ਆਪਾਂ ਲਾਸਟ ਪ੍ਰੈਜੈਂਟੇਸ਼ਨ ਨੂੰ ਲਾਸਟ ਟੌਪਿਕ ਨੂੰ ਹੀ ਕੰਟੀਨਿਊ ਕਰ ਰਹੇ ਹਾਂ। ਲਾਸਟ ਸੈਸ਼ਨ ਦੇ ਵਿੱਚ ਆਪਾਂ ਸਟਾਰਟ ਕੀਤਾ ਸੀ ਅਲਫਾ ਨਿਊਮੈਰਿਕ ਕੋਡਸ, ਜਿਹਦੇ ਵਿੱਚ ਆਪਾਂ ਅਲਫਾ ਨਿਊਮੈਰਿਕ ਕੋਡ ਦੇ ਕਨਸੈਪਟ ਨੂੰ ਸਮਝਿਆ ਸੀਗਾ। ਦੈਨ ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਸੀ ਆਸਕੀ ਕੋਡ। ਆਸਕੀ ਕੋਡ ਆਪਾਂ ਡਿਟੇਲ ਵਿੱਚ ਡਿਸਕਸ ਕਰ ਚੁੱਕੇ ਹਾਂ। ਸੋ ਇਸ ਲਈ ਜਿਹੜਾ EBDC IC ਕੋਡਸ ਹੈ ਜਾਂ ਯੂਨੀ ਕੋਡਸ ਹੈ ਉਹ ਆਪਾਂ ਇਨ ਬਰੀਫ ਡਿਸਕਸ ਕਰਾਂਗੇ, ਬਿਕੋਜ਼ ਜਿਹੜੀ ਗੱਲ ਆਪਾਂ ਆਸਕੀ ਕੋਡ ਵਿੱਚ ਡਿਸਕਸ ਕੀਤੀ ਹੈ ਸੇਮ ਆਲਮੋਸਟ ਜਿਹੜੀ ਉਹ ਵਾਲੀ ਕਨਸੈਪਟ ਹੋਏਗਾ ਇਹਨਾਂ ਦੇ ਵਿੱਚ ਵੀ ਯੂਜ਼ ਹੋਏਗਾ ਵਿਦ ਲਿਟਲ ਵੇਰੀਏਸ਼ਨ। ਸੋ ਲੈਟਸ ਸਟਾਰਟ ਵਿਦ ਦ ਨੈਕਸਟ ਕੋਡ that is alphanumeric code, that is EBDCIC. So basically the full form of EBCDIC code is the extended binary coded decimal interchange code, pronounced as EBCDIC, is an 8-bit alphanumeric code. Since 2 the power 8 is equal to 256 bit patterns can be formed with 8 bit. ਧਿਆਨ ਨਾਲ ਦੇਖੋ, ਜਿਹੜਾ ਆਪਣੇ ਕੋਲ EBCD ਕੋਡ ਹੈ ਬੇਸਿਕਲੀ ਦਿਸ ਇਜ਼ ਦ ਐਕਸਟੈਂਡਿਡ ਵਰਜਨ ਆਫ BCD ਕੋਡ। ਦੇਖੋ ਇੰਟਰਨਲ ਲਿਖਿਆ ਨਾ BCD, तो ਇਹਦਾ ਜਿਹੜਾ ਐਕਸਟੈਂਡਿਡ ਵਰਜਨ ਕੀ ਬਣ ਗਿਆ ਆਪਣੇ ਕੋਲ, ਐਕਸਟੈਂਡਿਡ ਕੋਡ ਬਣ ਗਿਆ। BCD ਆਪਣੇ ਕੋਲ 4 ਬਿਟ ਦਾ ਸੀਗਾ, ਬਟ ਜਿਹੜਾ ਆਪਣੇ ਕੋਲ EBCDIC ਹੋਏਗਾ ਇਹ ਆਪਣੇ ਕੋਲ ਕੀ ਹੋਏਗਾ, 8 ਬਿਟ ਦਾ ਕੋਡ ਹੋਏਗਾ। ਅਗਰ ਇਹ 8 ਬਿਟ ਦਾ ਕੋਡ ਹੈ ਇਨ ਕੇਸ ਆਫ ASCII 7 ਉਹਦੇ ਵਿੱਚ 127 ਕਰੈਕਟਰ ਨੂੰ ਸਪੋਰਟ ਕਰਦਾ ਸੀ ਬਿਟ ਪੈਟਰਨ ਨੂੰ, ਬਟ ਜਿਹੜਾ ਆਪਣੇ ਕੋਲ EBCD ਹੈ 8 ਬਿਟ ਦਾ ਹੋਣ ਕਾਰਨ ਇਹ 256 ਬਿਟ ਪੈਟਰਨ ਹੈ ਉਹਨਾਂ ਨੂੰ ਕੀ ਕਰੇਗਾ, ਸਪੋਰਟ ਕਰੇਗਾ। ਸੋ ਆਲਵੇਜ਼ ਕੀਪ ਇਨ ਮਾਈਂਡ ਦਿਸ ਇਜ਼ ਅਨਦਰ ਅਲਫਾਨੁਮੈਰਿਕ ਕੋਡ। ਅਗਰ ਆਸਕੀ ਕੋਡ ਯੂਜ਼ ਨਹੀਂ ਹੋ ਰਿਹਾ ਤੇ ਦੈਨ ਇਹ ਵੀ ਕੋਡ ਉਹੀ ਕੰਮ ਕਰਦਾ ਹੈ, ਤੁਹਾਡੇ ਅਲਫਾਬੈਟਸ ਨੂੰ, ਨਿਊਮੈਰਿਕ ਨੂੰ, ਕਰੈਕਟਰਸ ਨੂੰ ਕੀ ਕਰ ਦਿੰਦਾ ਉਹ ਆਪਣੇ ਕੋਲ ਪਰਟੀਕੂਲਰ ਕੋਡ ਫਾਰਮ ਦੇ ਵਿੱਚ ਕਨਵਰਟ ਕਰ ਦਿੰਦਾ ਹੈ ਤਾਂ ਕਿ ਕੰਪਿਊਟਰ ਸਿਸਟਮ ਉਹਨੂੰ ਅੰਡਰਸਟੈਂਡ ਕਰ ਸਕੇ ਔਰ ਉਹਦੀ ਪ੍ਰੋਸੈਸਿੰਗ ਕਰ ਸਕੇ। ਸੋ EBCD ਕੋਡ ਕੈਨ ਬੀ ਯੂਜ਼ਡ ਟੂ ਐਨਕੋਡ ਆਲ ਸਿੰਬਲਸ ਐਂਡ ਕੰਟਰੋਲ ਕਰੈਕਟਰਸ ਵਿਚ ਆਰ ਫਾਊਂਡ ਇਨ ਆਸਕੀ। ਕਹਿੰਦਾ ਕਿ ਜਿਹੜਾ EBCD ਕੋਡ ਹੈ ਜਿਹੜੇ ਸਿੰਬਲ ਆਸਕੀ ਸਪੋਰਟ ਕਰਦਾ ਸੀ ਜਾਂ ਕੰਟਰੋਲ ਕਰੈਕਟਰ ਆਸਕੀ ਸਪੋਰਟ ਕਰਦਾ ਸੀਗਾ ਉਹ ਸਾਰੇ EBCDIC ਵੀ ਕੀ ਆ ਸਪੋਰਟ ਕਰੇਗਾ, ਉਹਨਾਂ ਨੂੰ ਵੀ ਕੀ ਕਰੇਗਾ, ਇਨਕੋਡ ਕਰੇਗਾ। ਇਟ ਇਨਕਲੂਡਸ ਅ ਲੋਟ ਆਫ ਅਦਰ ਸਿੰਬਲਸ ਟੂ, ਇਹ ਉਹਨਾਂ ਨੂੰ ਸਪੋਰਟ ਕਰੇਗਾ, ਬਟ ਇਹ ਕੁਝ ਹੋਰ ਅਦਰ ਸਿੰਬਲਸ ਵੀ ਹੈ ਉਹਨਾਂ ਨੂੰ ਵੀ ਕੀ ਆ ਜਿਹੜਾ EBCDIC ਕੋਡ ਹੈ ਉਹਨਾਂ ਨੂੰ ਸਪੋਰਟ ਕਰੇਗਾ ਜਿਹੜੇ ਕਿ ਆਸਕੀ ਸਪੋਰਟ ਨਹੀਂ ਕਰ ਪਾ ਰਹੇ ਸੀਗੇ। ਸੋ ਦੈਟਸ ਵਾਈ ਜਿਹੜਾ EBCDIC ਕੋਡ ਹੈ ਕੈਨ ਬੀ ਯੂਜ਼ ਟੂ ਇਨਕੋਡ ਆਲ ਸਿੰਬਲਸ ਐਂਡ ਕੰਟਰੋਲ ਕਰੈਕਟਰਸ ਵਿਚ ਆਰ ਫਾਊਂਡ ਇਨ ASCII. ਇਟ ਇਨਕੋਡਸ ਅ ਲੋਟ ਆਫ ਅਨਦਰ ਸਿੰਬਲਸ ਟੂ। ਨੈਕਸਟ ਕਿੱਥੇ ਯੂਜ਼ ਹੁੰਦਾ ਹੈ, ਇਟ ਇਜ਼ ਯੂਜ਼ਡ ਬਾਈ ਦਾ most of the large computers to communicate in the alphanumeric data. ASCII ਕੋਡ ਵਿੱਚ ਆਪਾਂ ਦੇਖਿਆ ਸੀਗਾ ਉਹਦੇ ਵਿੱਚ ਸਮਾਲ ਕੰਪਿਊਟਰ ਦੇ ਵਿੱਚ ਜੋ ਡਾਟਾ ਕਮਿਊਨੀਕੇਟ ਹੋ ਰਿਹਾ ਹੈ ਲਾਈਕ ਯੂਰ ਕੰਪਿਊਟਰ ਬਿਟਵੀਨ ਦਾ ਇਨਪੁਟ ਆਊਟਪੁੱਟ ਡਿਵਾਈਸਿਸ, ਉੱਥੇ ASCII ਕੋਡ ਯੂਜ਼ ਕਰਦੇ ਹਾਂ, ਠੀਕ ਹੈ। ਬਟ ਜਦੋਂ ਆਪਣੇ ਕੋਲ ਲਾਰਜ ਕੰਪਿਊਟਰ ਆ ਜਾਂਦੇ ਹੈ ਜਿੱਦਾਂ ਕਿ ਯੂ ਕੈਨ ਸੇ ਆ ਸੁਪਰ ਕੰਪਿਊਟਰ, ਮੇਨ ਫਰੇਮ ਕੰਪਿਊਟਰ, ਉਹਨਾਂ ਦੇ ਵਿੱਚ ਜਿਹੜਾ ਕੋਡ ਯੂਜ਼ ਹੁੰਦਾ ਹੈ ਉਹ ਆਪਣੇ ਕੋਲ EBCDIC ਕੋਡ ਯੂਜ਼ ਹੁੰਦਾ ਹੈ ਜਿਹੜਾ ਕਿ ਆਪਣੇ ਕੋਲ ਅਲਫਾਨੁਮੈਰਿਕ ਕੋਡ ਹੈ ਫॉर ਅ ਕਮਿਊਨੀਕੇਸ਼ਨ ਪਰਪਸ। Unlike ASCII, which uses a straight binary sequence for representing a character, this code uses a BCD as the basis of a binary assignment. ASCII ਕੋਡ ਦੇ ਵਿੱਚ ਕੀ ਸੀਗਾ ਕਿ ਆਪਾਂ ਡਾਇਰੈਕਟ 7 ਬਿਟ ਦੀ ਸੀਕੁਐਂਸ ਜਾਂ 8 ਬਿਟ ਦੀ ਸੀਕੁਐਂਸ ਲੈ ਕੇ ਪਰਟੀਕੂਲਰ ਕਰੈਕਟਰ ਨੂੰ ਕੀ ਕਰਦੇ ਸੀ, ਰਿਪਰੈਜ਼ੈਂਟ ਕਰਦੇ ਸੀਗੇ। ਬਟ ਇਹ ਐਕਸਟੈਂਡਿਡ ਵਰਜਨ BCDI ਹੈ, ਇਹਦੇ ਵਿੱਚ ਕੀ ਹੋਏਗਾ, ਜਿਹੜਾ ਹਰ ਇੱਕ ਕਰੈਕਟਰ ਹੋਏਗਾ ਆਪਣੇ ਕੋਲ ਉਹ 8 ਬਿਟ ਵਿੱਚ ਰਿਪਰੈਜ਼ੈਂਟ ਹੋਏਗਾ ਲੇਕਿਨ ਗਰੁੱਪ ਆਫ ਸਿੰਬਲ ਵਿੱਚ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ BCD ਹੈ ਉਹ 4 ਦਾ ਗਰੁੱਪ ਬਣਾਉਂਦਾ ਹੈ, ਠੀਕ ਹੈ। ਅਗਰ ਉਹਨੇ 65 ਜਿਹੜਾ ਹੈ ਉਹਨੂੰ ਰਿਪਰੈਜ਼ੈਂਟ ਕਰਨਾ ਹੈ ਉਹਦੇ ਵਿੱਚ ਇੱਕ ਪਰਟੀਕੂਲਰ ਸੀਕੁਐਂਸ ਹੁੰਦਾ ਸੀ 7 ਬਿਟ ਦਾ, ਡੈਟ ਇਜ਼ 100001 ਇਨ ਕੇਸ ਆਫ ASCII। ਬਟ BCD ਕੋਡ ਵਿੱਚ ਕੀ ਹੋਏਗਾ, 5 ਦਾ ਅਲੱਗ ਬਣੇਗਾ 4 ਬਿਟ ਦਾ ਔਰ 6 ਦਾ ਅਲੱਗ ਬਣੇਗਾ 4 ਬਿਟ ਦਾ, ਠੀਕ ਹੈ। ਸੋ ਡੈਟਸ ਵਾਈ ਲਿਖਿਆ ਹੋਇਆ ਦਿਸ ਕੋਡ ਯੂਜ਼ਸ ਦਾ BCD ਐਜ਼ ਦਾ ਬੇਸਿਸ ਆਫ ਅ ਬਾਈਨਰੀ ਅਸਾਈਨਮੈਂਟ। ਨੰਬਰ ਨੂੰ ਬਾਈਨਰੀ ਵਿੱਚ ਕਨਵਰਟ ਕਰਨ ਲਈ BCD ਜਿਹੜਾ ਬੇਸ ਹੈ ਉਹ ਯੂਜ਼ ਕਰੇਗਾ। ਇਟ ਇਜ਼ ਅ 8-bit ਕੋਡ ਇਨ ਵਿਚ ਦਾ ਨੰਬਰਸ ਨਿਊਮਰਲ ਯੂ ਕੈਨ ਸੇ ਆਰ ਰਿਪਰੈਜ਼ੈਂਟਡ ਬਾਈ ਦਾ 8421 BCD ਕੋਡ preceded by the 1111। ਕਹਿੰਦਾ ਕਿ ਇਹ BCD ਕੋਡ 8 ਬਿਟ ਦਾ ਕੋਡ ਹੈ ਤੇ ਜਿਹੜਾ ਆਪਣੇ ਕੋਲ ਨਿਊਮਰਲਸ ਹੋਣਗੇ ਉਹਨੂੰ ਅਗਰ ਆਪਾਂ ਰਿਪਰੈਜ਼ੈਂਟ ਕਰਨਾ ਹੈ ਤੇ ਆਪਾਂ 8421 ਕੋਡ ਦੇ ਅਕੋਰਡਿੰਗ ਰਿਪਰੈਜ਼ੈਂਟ ਕਰਾਂਗੇ। ਕਿੱਦਾਂ, ਅਗਰ 9 ਰਿਪਰੈਜ਼ੈਂਟ ਕਰਨਾ ਤਾਂ ਕਿੱਦਾਂ ਬਣੇਗਾ, 8 + 9 ਦੈਟ ਇਜ਼ 8 ਦੀ ਵੈਲਿਊ 1 ਹੋ ਜਾਏਗੀ, 1 ਦੀ ਵੈਲਿਊ ਕੀ ਹੋ ਜਾਏਗੀ, 1 ਹੋ ਜਾਏਗੀ, ਬਾਕੀ ਕੀ ਹੋ ਜਾਏਗਾ, 0 ਹੋ ਜਾਏਗਾ। ਦੈਨ ਉਹਦੇ ਅੱਗੇ ਕੀ ਲੱਗ ਜਾਏਗਾ, ਮੇਰੇ ਕੋਲ 4 1s ਲੱਗਣਗੇ ਕਿਉਂਕਿ ਮੈਂ 8 ਬਿਟ ਦਾ ਬਣਾਉਣਾ ਹੈ ਤਾਂ ਅੱਗੇ ਕੀ ਲੱਗਣਗੇ 4 1s
और ਜਿਹੜਾ ਆਪਣੇ ਕੋਲ पर्टिकुलर ਡੈਸੀਮਲ ਡਿਜਿਟ ਹੋਏਗਾ ਨਿਊਮਰਲਸ ਹੋਏਗਾ ਉਹਦੀ 4 ਬਿਟ ਅਕੋਰਡਿੰਗ ਟੂ ਆ 8421 ਜਿਹੜਾ ਵੇਟਡ ਕੋਡ ਹੈ ਉਹਦੇ ਅਕੋਰਡਿੰਗ ਉਹ ਬਾਈਨਰੀ ਵਿੱਚ ਕੀ ਹੋ ਜਾਏਗਾ ਰਿਪਰੈਜ਼ੈਂਟ ਹੋ ਜਾਏਗਾ। ਸੋ ਇਟ ਇਜ਼ ਅ 8 ਬਿਟ ਕੋਡ in which numerals 9 to 9 are represented by the 8421 BCD code preceded by the 1111 ਉਹ क्या अपने को लग जाएगा 11 लग जाएगा। ठीक है, ਹੁਣ ਆਪਾਂ एग्जांपल ਲੈ ਲੈਣੇ ਆ, ਬਾਕੀ ਸਿੰਬਲ ਸਾਰੇ ਉਹੀ ਹੈ ਜਿਹੜੇ ਕਿ ਆਪਾਂ ਡਿਸਕਸ ਕਰ ਚੁੱਕੇ ਹਾਂ। ਠੀਕ ਹੈ, ਕੁਝ ਐਡੀਸ਼ਨਲ ਸਿੰਬਲ ਨੂੰ ਕੀ ਕਰਦਾ ਇਹ ਸਪੋਰਟ ਕਰਦਾ, ਹੁਣੀ ਟੇਬਲ ਦੇ ਵਿੱਚੋਂ ਕਲੀਅਰ ਹੋ ਜਾਏਗਾ। ਹੁਣ ਮੰਨ ਲਓ ਕਹਿੰਦਾ ਕਿ ਸਪੋਜ਼ ਯੂ ਵਾਂਟ ਟੂ ਸਰਚ ਫॉर ABCD ID ਕੋਡ ਫॉर ਲੈਟਰ A। ਧਿਆਨ ਨਾਲ ਦੇਖਿਓ, ਪਿਛਲੇ ਵਿੱਚ ਆਪਾਂ ਪ੍ਰਿੰਟੈਕਸ ਐਗਜ਼ਾਮਪਲ ਲਈ ਸੀ, ਉਹਦੇ ਵਿੱਚ ਦੇਖਿਆ ਸੀਗਾ ਕਿ ASCII ਬਾਈਨਰੀ ਕਿੱਦਾਂ ਬਣਦੀ ਹੈ। ਤਾਂ ਇਨ ਦਿਸ ਕੇਸ ਆਪਾਂ ਦੇਖਦੇ ਹਾਂ ਕਿ ਮੰਨ ਲਓ ਤੁਸੀਂ ਜਿਹੜਾ A ਕਰੈਕਟਰ ਹੈ ਉਹ ਤੁਸੀਂ ਫਾਈਂਡ ਆਊਟ ਕਰਨਾ ਟੇਬਲ ਦੇ ਵਿੱਚੋਂ। ਟੂ ਡੈਟ ਕੇਸ the value of x3 x2 x1 x0 bit is 0001 and value x7 x6 x5 x4 bit is 1100 like this। ठीक है, सो पहलियां बिट्स किहड़ियां होणगियां अपने कोल, ध्यान नाल देखो पहलियां बिट्स किहड़ियां होणगियां अपने कोल, दैट इज 1100 क्योंकि अपने को जोन बिट्स पहला होणगियां, उस तो बाद अपने को डिजिट बिट होणगियां। सो इन दिस केस देखो कहता कि अगर मैं ए जिहड़ा करैक्टर है उन्होंने EBCD कोड दे विच कन्वर्ट करना है तो ध्यान दे नाल देखो ए है, ए दा की बन गया 1100। सो की बन गया इत्थे 1100, 4 का बिट लै रहा। ठीक है, क्योंकि आपां BCD फॉर्म एक्सटेंडिड BCD फॉर्म है अपने को। उस तो बाद ਉਹਦੇ ਕੋਰਸਪੋਂਡ डिजिट की वैल्यू की है 0001। सो इत्थे की आ गया 0001। इस तरीके नाल ਜਿਹੜਾ कोड है ਉਹ ਕੀ ਕਰਦਾ ਹੈ EBC पर्टिकुलर ਜਿਹੜਾ ਕਰੈਕਟਰ ਹੈ ਉਹ EBC ਕੋਡ ਵਿੱਚ ਕਨਵਰਟ ਹੋ ਜਾਂਦਾ ਹੈ। ਚਾਰ ਪਹਿਲਾਂ ਉਹਦੇ ASCII 3 ਬਿਟਸ ਸੀਗੀਆਂ, ਇਹਦੇ ਵਿੱਚ ਕੀ ਹੋਣਗੀਆਂ 4 ਬਿਟਸ ਹੋਣਗੀਆਂ। ਠੀਕ ਹੈ, ਬਟ ਇਨ ASCII ਕੋਡ ਜਿਹੜਾ ਆਪਣੇ ਕੋਲ A ਸੀ ਉਹਦੀ ਵੈਲਿਊ ਕਿੰਨੀ ਆ ਰਹੀ ਸੀ 10000001। बट इन केस ऑफ आ EBCD IC कोड की होएगा ਉਹਦੇ ਵਿੱਚ ਜਿਹੜਾ ਕੈਪੀਟਲ A ਹੈ ਉਹਦੀ ਜਿਹੜੀ ਆਪਣੇ ਕੋਲ ਵੈਲਿਊ ਆ ਰਹੀ ਹੈ ABCD ID ਫਾਰਮ ਕਿਹੜੀ ਆ ਰਹੀ ਹੈ ਕੋਡਡ ਫਾਰਮ 11000001। ਸੋ ਇਹ ਕੀ ਟੋਟਲੀ ਕੀ ਹੋ ਗਿਆ ਡਿਫਰੈਂਟ ਹੋ ਗਿਆ। ਹੁਣ ਮੰਨ ਲਓ ਕਿ ਤੁਹਾਡਾ ਇੱਕ ਸਿਸਟਮ ASCII ਕੋਡ ਦੇ ਉੱਪਰ ਕੰਮ ਕਰ ਰਿਹਾ ਹੈ, ਦੂਜਾ ਤੁਹਾਡਾ ਸਿਸਟਮ EBCD IC ਕੋਡ ਦੇ ਉੱਪਰ ਕੰਮ ਕਰ ਰਿਹਾ ਹੈ। ਤੁਸੀਂ कैपिटल A प्रेस किया, उन्हें अपने को डाटा जोड़ा है ASCII के अकॉर्डिंग कन्वर्ट करता बाइनरी फॉर्म से। बट जो वो डाटा अनदर सिस्टम के उपर जाएगा वो सिस्टम जो EBCD ID कोड अंडरस्टैंड करता है तो उत्थे डाटा का की हो जाएगा मिसमैच हो जाएगा, आपस में कोई भी कंपैटिबिलिटी नहीं बनेगी। इट मीनस की होएगा दोनों सिस्टम या तो ASCII कोड से काम करन या फिर अपने को EBCD IC कोड से काम करन। तो ऑलवेज कीप इन माइंड ASCII ਦੇ ਵਿੱਚ कैपिटल A ਜਾਂ ਜਿੰਨੇ ਵੀ ਸਿੰਬਲਸ ਹੈ ਉਹਨਾਂ ਦਾ बाइनरी फॉर्म अलग होएगी, EBCD ਦੇ ਵਿੱਚ ਜਿੰਨੇ ਸਿੰਬਲਸ ਹੈ ਉਹਨਾਂ ਦੀ ਬਾਈਨਰੀ ਫਾਰਮ ਕੀ ਹੋਏਗੀ ਅਲੱਗ ਹੋਏਗੀ। ਸਿਮਿਲਰਲੀ अगर ਆਪਾਂ EBCD ID ਕੋਡ ਫॉर B ਆਪਾਂ फाइंड आउट करना है तो देखो ਕੀ ਬਣੇਗਾ B ਦਾ। B ਇੱਥੇ ਆਪਣੇ ਕੋਲ ਦਿਸ ਵਨ ਧਿਆਨ ਨਾਲ ਦੇਖੋ, ਲੈਟ ਮੀ ਚੂਜ਼ ਅ ਪੈਨ। B ਇਹ ਆਪਣੇ ਕੋਲ ਹੈ ਤੇ ਦੈਨ ਪਹਿਲਾਂ ਉਹਦੀਆਂ ਆਪਣੇ ਕੋਲ ਜ਼ੋਨ ਬਿਟਸ ਹੋਣਗੀਆਂ 1100 ਦੈਟ ਇਜ਼ 1100। ਦੈਨ ਉਸ ਤੋਂ ਬਾਅਦ ਉਹਦੇ ਕੋਰਸਪੋਂਡਿੰਗ ਬਿਟਸ ਕਿਹੜੀਆਂ ਆਪਣੇ ਕੋਲ that is 0010। सो की बन गया अपने को 0010। सो B का EBCD कोड की बन गया, वाला बन गया। सिमिलरली नैक्सट अपने को है EBCD IC कोड हैश। हैश अपने को कितने ए वाला लाइक दिस, ਇਹਦਾ ਕੀ ਬਣੇਗਾ देखो ध्यान ਦੇ ਨਾਲ, दैट इज ਜਿਹੜੇ ਆਪਣੇ ਕੋਲ ਸਿੰਬਲ ਹੈ 4th रो आएगी अपने को 0100 दिस वन 0100 क्लीयर, क्योंकि जरा सॉरी ये हैश नहीं है, ये गलती ना रिपीट हो रहा है, अपने को ये वाला हैश है। वेट ओके दिस वन वेट ओके। सो की बन गया अपने को दिस वन जरा हैश है ओके। ये वाला हैश है अपने को, ਇਹਦਾ ਬਾਈਨਰੀ ਪਹਿਲਾਂ ਆਪਾਂ ਜ਼ੋਨ ਬਿਟ ਲਵਾਂਗੇ, ਕਿੰਨੀਆਂ ਆ ਗਈਆਂ 0100। ਸੋ ਕੀ ਬਣ ਗਿਆ 0100। ਉਸ ਤੋਂ ਬਾਅਦ ਕੋਰਸਪੋਂਡਿੰਗ ਕਿਹੜੀ ਬਿਟ ਲਵਾਂਗੇ ਆਪਾਂ ਦਿਸ ਵਨ ਦੈਟ ਇਜ਼ 0110 ਦਿਸ ਵਨ। ठीक है, सो हैश ਦਾ ਆਪਣੇ ਕੋਲ ASCII ਕੋਡ ਕੀ ਬਣ ਗਿਆ 0100 ਦੈਟ ਇਜ਼ 0100 ਦੈਨ 1010। सिमिलरली अगर डॉलर साइन है, अगर इनू भी आप EBCD ID कोड में कन्वर्ट करना है तो दैन उत्थे उसकी वैल्यू की आएगी अपने को, देखो डॉलर साइन है डैट इज़ 0100 0100 आ जाएगी इतने अपने को। दैन उस तो बाद कोरसपोंडिंग डिजिट की आ गया अपने को
1011। ਸੋ ਇਸ ਤਰੀਕੇ ਨਾਲ ਜਿਹੜਾ ਆਪਣਾ EBCD ਕੋਡ ਹੈ ਉਹ ਅਲਫਾ ਨੁਮੈਰਿਕ ਕੋਡਸ ਨੂੰ ਕੀ ਕਰਦਾ ਹੈ, ਬਾਈਨਰੀ ਫਾਰਮ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਆਈ ਰਿਪੀਟ ਅਗੇਨ, ਆਸਕੀ ਕੋਡ ਦੇ ਵਿੱਚ ਪਾਰਟਿਕੂਲਰ ਅਲਫਾਬੈਟ ਦਾ ਬਾਈਨਰੀ ਫਾਰਮ ਕੁਝ ਹੋਰ ਹੋਏਗੀ, EBCDI ਦੇ ਕੋਡ ਵਿੱਚ ਉਹਦੀ ਪਾਰਟੀਕੂਲਰ ਕੈਪੀਟਲ A ਦੀ ਜਿਹੜੀ ਹੈ ਜਾਂ ਕਰੈਕਟਰਸ ਹੈਗਾ ਉਹਦਾ ਜਿਹੜਾ ਬਾਈਨਰੀ ਫਾਰਮ ਕੀ ਹੋਏਗੀ, ਅਲੱਗ ਹੋਏਗੀ। ਡੈਟ ਵੀ ਇਹਨਾਂ ਵਿੱਚ ਇਨਕੰਪੈਟੀਬਲ ਹੋਗੀ, ਇਹਨਾਂ ਨੂੰ ਆਪਸ ਕੰਪੈਟੀਬਲ ਨਹੀਂ ਹੈ। ਅਗਰ ਇੱਕ ਸਿਸਟਮ ਆਸਕੀ ਕੋਡ ਯੂਜ਼ ਕਰ ਰਿਹਾ ਹੈ ਤੇ ਦੂਜਾ EBCDIC ਕੋਡ ਯੂਜ਼ ਕਰ ਰਿਹਾ ਹੈ ਤੇ ਦੋਨਾਂ ਦੇ ਵਿੱਚ ਡਾਟਾ ਕੀ ਕਰ ਦੇਗਾ, ਵੇਰੀ ਕਰ ਦੇਗਾ। ਕਲੀਅਰ। ਸੋ ਨੈਕਸਟ is Unicode. This is the last code. ਪਹਿਲਾਂ ਦੇਖੀਏ ਕਿ ਲਿਮਿਟੇਸ਼ਨਸ ਕੀ ਸੀਗੀਆਂ। ਜਿਹੜੀਆਂ ਲਿਮਿਟੇਸ਼ਨਸ ਆਸਕੀ ਔਰ EBCD ਕੋਡ ਵਿੱਚ ਸੀ ਉਹ ਸਾਰੀਆਂ ਯੂਨੀਕੋਡ ਵਿੱਚ ਕੀ ਹੋ ਗਈਆਂ, ਓਵਰਕਮ ਹੋ ਗਈਆਂ, ਸਾਰੀਆਂ ਆਪਾਂ ਕੀ ਕਰਦੀਆਂ, ਖਤਮ ਕਰ ਦਿੱਤੀਆਂ। ਕੀ ਕਹਿ ਰਿਹਾ ਹੈ, ਆਸਕੀ ਐਂਡ EBCD ID encoding and their variants that we have studied have suffer from some limitations. Variant means ਕੀ ਹੈ, ASCII 7 ASCII 8 ਅਲੱਗ-ਅਲੱਗ ਜਾਂਦਾ, ਜਿਹੜੇ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ। ਉਹਦੇ ਵਿੱਚ ਕੁਝ ਲਿਮਿਟੇਸ਼ਨਸ ਸੀਗੀਆਂ। ਕੀ ਲਿਮਿਟੇਸ਼ਨ ਸੀਗੀਆਂ, these encoding do not have a sufficient number of characters to be able to encode alphanumeric data of all forms, scripts and languages. As a result, they do not permit multilingual computer processing. ਕਹਿੰਦਾ ਕਿ ਇਹ ਜਿਹੜੇ ਦੋਨੇ ਕੋਡ ਹੈ ਇਹ ਸਫੀਸ਼ੀਐਂਟ ਨੰਬਰ ਆਫ ਕਰੈਕਟਰ ਨੂੰ ਸਪੋਰਟ ਨਹੀਂ ਕਰਦੇ, ਕੁਝ ਹੱਦ ਤੱਕ ਕਰੈਕਟਰ ਨੂੰ ਹੀ ਸਪੋਰਟ ਕਰਦੇ ਆ, ਉਹਨਾਂ ਨੂੰ ਇਨਕੋਡ ਕਰਦੇ ਆ, ਸਾਰੇ ਹੀ ਆਪਣੇ ਕੋਲ ਕਰੈਕਟਰ ਨੂੰ ਸਪੋਰਟ ਨਹੀਂ ਕਰਦੇ। ਫੋਰ ਐਗਜ਼ਾਮਪਲ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਮੰਨ ਲਓ ਆਪਾਂ ਕਾਮਨ ABC ਯੂਜ਼ ਕਰ ਰਹੇ ਹਾਂ, ਉੱਥੇ ਆਪਣੇ ਕੋਲ ਅਗਰ ਕਿਤੇ ਹੋਰ ਕੰਟਰੀ ਵਿੱਚ ਜਾਈਏ, ਅਰਬ ਦੇ ਵਿੱਚ ਜਾਈਏ ਜਾਂ ਆਪਾਂ ਕਿਤੇ ਹੋਰ ਜਾਈਏ, ਉੱਥੇ ਲੈਂਗੁਏਜ ਕੁਝ ਹੋਰ ਯੂਜ਼ ਹੋ ਰਹੀ ਹੈ, ਉੱਥੇ ਕੁਝ ਹੋਰ ਸਿੰਬਲ ਯੂਜ਼ ਹੋ ਰਹੇ ਆ। ਦੈਟ ਮੀਨਸ ਕੀ ਹੋਏਗਾ, ਆਪਣੇ ਕੋਲ ਜਿਹੜੇ ਆਸਕੀ ਔਰ EBCD ਕੋਡ ਹੈ ਸਾਰੇ ਕੋਡਸ ਨੂੰ ਕੀ ਆ ਉਹ ਅਲਾਉ ਨਹੀਂ ਕਰਦੇ ਹੈ, ਸੈਟਿਸਫਾਈ ਨਹੀਂ ਕਰਦੇ, ਕੁਝ ਕਰੈਕਟਰ ਨੂੰ ਹੀ ਉਹ ਕੁਝ ਸਿੰਬਲਸ ਨੂੰ ਹੀ ਕੀ ਕਰਦੇ ਆਪਣੇ ਕੋਲ ਇਨਕੋਡ ਕਰ ਸਕਦੇ ਆ। ਸੋ ਡੈਟਸ ਵਾਈ ਇਹ ਦੋਨਾਂ ਦੀ ਇੱਕ ਬਹੁਤ ਵੱਡੀ ਲਿਮਿਟੇਸ਼ਨਸ ਹੈ। ਕਲੀਅਰ। ਐਜ਼ ਅ ਰਿਜ਼ਲਟ ਦੇ ਡੂ ਨਾਟ ਪਰਮਿਟ ਮਲਟੀਲਿੰਗੁਅਲ ਕੰਪਿਊਟਰ ਪ੍ਰੋਸੈਸਿੰਗ, ਕਿਉਂਕਿ ਜਿਹੜਾ ਕੰਪਿਊਟਰ ਹੈ ਇਹ ਜ਼ਰੂਰੀ ਨਹੀਂ ਸਿਰਫ ਇੰਡੀਆ ਵਾਸਤੇ ਹੀ ਕੰਮ ਕਰੇਗਾ, ਇਹ ਆਲ ਓਵਰ ਦਾ ਵਰਲਡ ਹਰ ਜਗ੍ਹਾ ਉੱਪਰ ਕੰਮ ਕਰਨਾ ਹੈ। ਸੋ ਇਹ ਦਿਸ ਇਜ਼ ਰਿਸਪੌਂਸਿਬਿਲਿਟੀ ਹੈ ਵੈਂਡਰ ਦੀ ਕਿ ਉਹ ਇਸ ਤਰੀਕੇ ਨਾਲ ਇਹਦੇ ਵਿੱਚ ਕੋਡ ਡਿਜ਼ਾਈਨ ਕਰੇ ਤਾਂ ਕਿ ਦੁਨੀਆ ਦੇ ਕਿਸੇ ਕੋਨੇ ਤੇ ਬੈਠੇ ਹੋਈਏ ਉਹ ਸਾਰੀਆਂ ਲੈਂਗੁਏਜ ਨੂੰ ਕੀ ਕਰ ਸਕੇ, ਸਪੋਰਟ ਕਰ ਸਕੇ। ਉਹਦੇ ਵਾਸਤੇ ਸਾਨੂੰ ਕੀ ਚਾਹੀਦਾ ਹੈ, ਕੋਡ ਚਾਹੀਦਾ ਹੈ। ਅਗਰ ਆਪਾਂ ਆਸਕੀ ਕੋਡ ਦੀ ਗੱਲ ਕਰਦੇ ਹਾਂ ਜਾਂ EBCD ਕੋਡ ਦੀ ਗੱਲ ਕਰਦੇ ਹਾਂ, ਉਹ ਸਾਰੇ ਕਰੈਕਟਰ ਜਾਂ ਅਲਫਾਨੁਮੈਰਿਕ ਸਿੰਬਲ ਨੂੰ ਸਪੋਰਟ ਉਹ ਨਹੀਂ ਕਰਦਾ, ਇਨਕੋਡ ਨਹੀਂ ਕਰ ਸਕਦਾ। ਠੀਕ ਹੈ, ਇਸ ਤੱਕ ਸਭ ਤੋਂ ਵੱਡੀ ਜਿਹੜੀ ਇਹ ਲਿਮਿਟੇਸ਼ਨ ਹੋ ਗਈ। ਸੋ ਜਿੰਨੀਆਂ ਵੀ ਪ੍ਰੋਗਰਾਮਿੰਗ ਲੈਂਗੁਏਜਸ ਅੱਜ ਕੱਲ੍ਹ ਯੂਜ਼ ਹੋ ਰਹੀਆਂ ਹੈ ਜਾਂ ਜਿੰਨੇ ਵੀ ਆਪਰੇਟਿੰਗ ਸਿਸਟਮ ਯੂਜ਼ ਹੋ ਰਹੇ ਆ, ਸਾਰਿਆਂ ਦੇ ਵਿੱਚ ਜਿਹੜਾ ਕੋਡਿੰਗ ਟੈਕਨੀਕ ਯੂਜ਼ ਹੋ ਰਹੀ ਆ ਉਹ ਯੂਨੀਕੋਡ ਯੂਜ਼ ਹੋ ਰਿਹਾ ਹੈ। ਜਿਹੜਾ ਅਲਫਾਨੁਮੈਰਿਕ ਕੋਡ ਹੈ ਅੱਜ ਕੱਲ੍ਹ ਸਾਰਿਆਂ ਯੂਨੀਕੋਡ ਯੂਜ਼ ਹੋ ਰਿਹਾ। ਕਲੀਅਰ। ਸੈਕੰਡਲੀ ਕਹਿ ਰਿਹਾ ਹੈ ਥੀਸ ਇਨਕੋਡਿੰਗ ਸਫਰ ਫਰੋਮ ਇਨਕੰਪੈਟੀਬਿਲਿਟੀ, ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ। ਫੋਰ ਐਗਜ਼ਾਮਪਲ ਕਹਿੰਦਾ ਕਿ ਅਗਰ ਮੇਰੇ ਕੋਲ ਕੋਈ ਕੋਡ ਹੈ 7A ਹੈਕਸਾਡੈਸੀਮਲ ਫਾਰਮ ਦੇ ਵਿੱਚ ਹੈ, ਇਹ ਰਿਪਰੈਜ਼ੈਂਟ ਕਰਦਾ ਹੈ ਲੋਅਰ ਕੇਸ ਲੈਟਰ Z ਨੂੰ ਇਨ ਆਸਕੀ। ਆਸਕੀ ਦੇ ਵਿੱਚ ਜਿਹੜਾ ਆਪਣੇ ਕੋਲ Z ਹੈ, ਠੀਕ ਹੈ, ਉਹਦਾ ਜਿਹੜਾ ਕੋਡ ਬਣੇਗਾ 7A ਬਣਦਾ ਹੈ। ਬਟ ਜਦੋਂ ਆਪਾਂ ਇਹਨੂੰ EBCD ID ਕੋਡ ਦੇ ਵਿੱਚ ਕਨਵਰਟ ਕਰਦੇ ਹਾਂ, ਉੱਥੇ 7A ਜਿਹੜਾ ਹੈ ਉਹ ਇਹਦਾ ਕੋਡ ਕਿਹੜਾ ਬਣਦਾ ਹੈ, ਸੈਮੀਕੋਲਨ ਦਾ। ਸੋ ਦੈਟ ਮੀਨਸ ਕਿ ਆਪਸ ਕੀ ਹੋ ਗਈ, ਇਹਨਾਂ ਦੀ ਇਨਕੰਪੈਟੀਬਿਲਿਟੀ ਹੋ ਗਈ ਹੈ। ਆਪਾਂ ਨੇ ਡਿਸਕਸ ਕਰ ਚੁੱਕੇ ਹਾਂ ਕਿ ਅਗਰ ਆਸਕੀ ਕੋਡਸ ਇੱਕ ਸਿਸਟਮ ਕੰਮ ਕਰ ਰਿਹਾ ਤੇ ਦੂਜਾ EBCD ਕੰਮ ਕਰ ਰਿਹਾ, ਡਾਟਾ ਕੀ ਹੋ ਜਾਏਗਾ, ਇਨਕੰਪੈਟੀਬਲ ਹੋ ਜਾਏਗਾ। ਸੈਂਡ ਤੁਸੀਂ ਕੁਝ ਹੋਰ ਕਰ ਰਹੇ ਹੋ, ਰਿਸੀਵ ਉੱਥੇ ਕੁਝ ਹੋਰ ਹੋਏਗਾ, ਬਿਕੋਜ਼ ਦੋਨਾਂ ਦੇ ਕੋਡ ਕੀ ਹੋਣਗੇ, ਡਿਫਰੈਂਟ ਹੋਣਗੇ। ਸੋ ਇਹਨਾਂ ਦੋਨਾਂ ਲਿਮਿਟੇਸ਼ਨ ਕਰਕੇ ਆਪਾਂ ਇੱਕ ਨਵਾਂ ਕੋਡ ਡਿਜ਼ਾਈਨ ਕੀਤਾ ਆਰਗੇਨਾਈਜੇਸ਼ਨ ਨੇ, ਦੈਟ ਇਜ਼ ਨੋਨ ਐਜ਼ ਅ UI, ਦੈਟ ਇਜ਼ ਨੋਨ ਐਜ਼ ਅ ਯੂਨੀਵਰਸਲ ਕੋਡਸ। ਠੀਕ ਹੈ। ਸੋ ਓਵਰਕਮ ਡੀਜ਼ ਲਿਮਿਟੇਸ਼ਨ, ਜਿਹੜੀਆਂ ਦੋ ਲਿਮਿਟੇਸ਼ਨਸ ਹੈ ਉਹਨਾਂ ਨੂੰ ਓਵਰਕਮ ਕਰਨ ਲਈ ਆਪਾਂ ਕੀ ਕੋਡ ਯੂਜ਼ ਕੀਤਾ ਹੈ, ਯੂਨੀਕੋਡ ਯੂਜ਼ ਕੀਤਾ ਹੈ, ਜਿਹਦਾ ਨਾਮ ਹੈ ਯੂਨੀਵਰਸਲ ਕੋਡ। was developed jointly by the Unicode Consortium and the International Organization for Standardization ISO and Unicode Consortium ਨੇ ਮਿਲ ਕੇ ਇਹ ਕੋਡ ਡਿਜ਼ਾਈਨ ਕੀਤਾ ਹੈ। ਸੋ ਇਹ ਕੋਡ ਦੀਆਂ ਵੀ ਅਲੱਗ-ਅਲੱਗ ਕੈਟੇਗਰੀਜ਼ ਹੈ। ਠੀਕ ਹੈ। UTF ਆਪਣੇ ਕੋਲ, UTC ਆਪਣੇ ਕੋਲ 8 ਬਿਟ ਹੈ, 16 ਬਿਟ ਹੈ, 64 ਬਿਟ ਹੈ। ਇੱਥੇ ਮੈਂ ਐਵਰੇਜ ਕਾਮਨ ਐਗਜ਼ਾਮਪਲ ਲੈ ਰਿਹਾ ਹਾਂ, ਦੈਟ ਇਜ਼ ਅ Unicode is the 16 bit code. So it can represent 65536 different character। ਹੁਣ ਦੇਖੋ ਧਿਆਨ ਦੇ ਨਾਲ, ਉੱਥੇ ਆਪਣੇ ਕੋਲ 7 ਬਿਟ ਸੀਗਾ ਤੇ 127 ਕਰੈਕਟਰ ਹੁੰਦੇ ਸੀ ਇਨ ਆਸਕੀ 7। ਅਗਰ ਆਸਕੀ 8 ਦੀ ਗੱਲ ਕਰੀਏ 2 ਦੀ ਪਾਵਰ 8 256 ਕਰੈਕਟਰ ਨੂੰ ਸਪੋਰਟ ਕਰਦਾ ਸੀਗਾ। ਇੱਦਾਂ ਹੀ ਆਪਣੇ ਕੋਲ ਜਿਹੜਾ EBCD ਆ ਉਹ ਵੀ 256 ਕਰੈਕਟਰ ਨੂੰ ਸਪੋਰਟ ਕਰਦਾ ਸੀਗਾ, ਅਲਫਾ ਨੰਬਰਿਕ ਸਿੰਬਲਸ ਨੂੰ। ਬਟ ਜਿਹੜਾ ਯੂਨੀਕੋਡ ਹੈ 16 ਬਿਟ ਦਾ ਹੈ, ਡੈਟ ਇਜ਼ 2 ਦੀ ਪਾਵਰ 16। ਸੋ ਦੇਖ ਲਓ ਕਿੰਨੇ ਕਰੈਕਟਰ ਇਹ ਸਪੋਰਟ ਕਰਦਾ ਹੈ, 6553। ਆਲਮੋਸਟ ਦੁਨੀਆ ਦੇ ਵਿੱਚ ਜਿੰਨੇ ਵੀ ਕਰੈਕਟਰ ਆਪਾਂ ਯੂਜ਼ ਕਰ ਰਹੇ ਹਾਂ, ਸਿੰਬਲ ਯੂਜ਼ ਕਰ ਰਹੇ ਹਾਂ,
ਉਹ ਸਾਰੇ ਇਹ ਕੋਡ ਕੀ ਕਰਦਾ ਹੈ, ਰਿਪਰੈਜ਼ੈਂਟ ਕਰਦਾ ਹੈ। ਸੋ ਇਟ ਇਜ਼ ਦ ਮੋਸਟ ਕੰਪਲੀਟ ਕਰੈਕਟਰ ਇਨਕੋਡਿੰਗ ਸਕੀਮ। ਸੋ ਆ ਗਿਆ ਨਾ, ਉਹ ਇਨਕੰਪਲੀਟ ਸੀਗੀ, ਇਹ ਮੇਰੇ ਕੋਲ ਕੀ ਹੋ ਗਿਆ, ਕੰਪਲੀਟ ਕਰੈਕਟਰ ਇਨਕੋਡਿੰਗ ਸਕੀਮ ਡੈਟ ਅਲਾਉ ਟੈਕਸਟ ਆਫ ਆਲ ਫਾਰਮਸ ਐਂਡ ਲੈਂਗੁਏजेस ਟੂ ਬੀ ਇਨਕੋਡਿਡ ਫॉर ਯੂਜ਼ ਬਾਈ ਦਾ ਕੰਪਿਊਟਰ। ਸੋ ਦੁਨੀਆ ਦੇ ਵਿੱਚ ਜਿੰਨੀਆਂ ਵੀ ਅਲੱਗ-ਅਲੱਗ ਟੈਕਸਟ ਦੀਆਂ ਫਾਰਮ ਹੈ ਜਾਂ ਜਿੰਨੀਆਂ ਵੀ ਅਲੱਗ-ਅਲੱਗ ਲੈਂਗੁਏਜ ਹੈ, ਸਾਰਿਆਂ ਨੂੰ ਉਹ ਇਨਕੋਡ ਕਰ ਦਿੰਦਾ ਹੈ ਤਾਂ ਕਿ ਕੰਪਿਊਟਰ ਉਹਨੂੰ ਯੂਜ਼ ਕਰ ਸਕੇ। ਠੀਕ ਹੈ, ਜਿਹੜੀਆਂ ਲਿਮਿਟੇਸ਼ਨ ਉਹਦੇ ਵਿੱਚ ਸੀਗੀਆਂ ਉਹ ਆਪਣੇ ਕੋਲ ਸਾਰੀਆਂ ਇਹਦੇ ਵਿੱਚ ਓਵਰਕਮ ਹੋ ਗਈਆਂ। ਸੋ ਯੂਨੀਕੋਡ ਕੀ ਕਰਦਾ ਹੈ, ਦੁਨੀਆ ਦੇ ਵਿੱਚ ਜਿੰਨੀਆਂ ਵੀ ਆਪਣੇ ਕੋਲ ਲੈਂਗੁਏਜ ਹੈਗੀਆਂ, ਜਿੰਨੇ ਵੀ ਸਿੰਬਲਸ ਹੈਗੇ ਆ, ਚਾਹੇ ਮੈਥੇਮੈਟੀਕਲ ਸਿੰਬਲ ਹੈ, ਸਾਇੰਟੀਫਿਕ ਸਿੰਬਲਸ ਹੈ ਜਾਂ ਕੋਈ ਵੀ ਆਪਣੇ ਕੋਲ ਸਿੰਬਲ ਹੈ, ਸਾਰਿਆਂ ਦਾ ਕੀ ਹੋਏਗਾ, ਇੱਕ ਉਹਦਾ ਬਾਈਨਰੀ ਫਾਰਮ ਹੋਏਗੀ, ਉਹਨੂੰ ਕੀ ਕਰ ਦੇਗਾ, ਇਨਕੋਡ ਕਰ ਦੇਗਾ ਤਾਂ ਕਿ ਕੰਪਿਊਟਰ ਸਿਸਟਮ ਉਹਨੂੰ ਅੰਡਰਸਟੈਂਡ ਕਰ ਸਕੇ। In addition to multi-language support, it also support a comprehensive set of mathematical and technical symbols। ਠੀਕ ਹੈ, ਲੈਂਗੁਏਜ ਨੂੰ ਸਪੋਰਟ ਤਾਂ ਕਰਦਾ ਹੀ ਕਰਦਾ ਹੈ, ਜਿਹੜੀ ਲੈਂਗੁਏਜ ਸਿੰਬਲ ਯੂਜ਼ ਕਰਦੇ ਆ, ਨਾਲ ਦੀ ਨਾਲ ਇਹ ਮੈਥੇਮੈਟੀਕਲ ਐਂਡ ਟੈਕਨੀਕਲ ਜਿਹੜੇ ਸਿੰਬਲਸ ਹੈ ਉਹ ਵੀ ਇਹਦਾ ਕੋਡ ਹੈ ਸਪੋਰਟ ਕਰਦਾ ਹੈ। ਮੈਥੇਮੈਟੀਕਲ ਜਿੱਦਾਂ ਤੁਸੀਂ ਸਾਈਨ ਥੀਟਾ ਹੋ ਗਿਆ ਆਪਣੇ ਕੋਲ, ਕਿਊਬ ਹੋ ਗਿਆ, ਐਂਡ ਬਹੁਤ ਸਾਰੇ ਸਿੰਬਲ ਜਿਹੜੇ ਮੈਥੇਮੈਟਿਕਲ ਸਿੰਬਲ ਹੈਗੇ ਆ, ਉਹ ਸਾਰਿਆਂ ਨੂੰ ਕੀ ਕਰਦਾ ਹੈ, ਯੂਨੀਕੋਡ ਸਪੋਰਟ ਕਰਦਾ ਹੈ। ਗ੍ਰੇਟ ਸਿੰਪਲੀਫਾਈਂਗ ਐਨੀ ਸਾਇੰਟੀਫਿਕ ਇਨਫੋਰਮੇਸ਼ਨ ਇੰਟਰਚੇਂਜ। ਠੀਕ ਹੈ, ਮਲਟੀ ਲੈਂਗੁਏਜ ਦਾ, ਮਲਟੀ ਲਿੰਗੁਏਜ ਦਾ ਮਤਲਬ ਹੁੰਦਾ ਮਲਟੀਪਲ ਲੈਂਗੁਏਜ ਜਿਹੜੇ ਹੈਗੇ, ਕਲੀਅਰ। ਸੋ ਡੈਟ ਮੀਨਸ ਕੀ ਹੋ ਗਿਆ, so always keep in mind universal code ਕੀ ਕਰੇਗਾ, it supports almost all different character forms or text forms and languages to be encoded for use by the computer ਹੋਏਗਾ। ਠੀਕ ਹੈ, ਕੋਈ ਵੀ ਇਦਾਂ ਦਾ ਸਿੰਬਲ ਨਹੀਂ ਹੈ ਜਿਹੜਾ ਕਿ ਉਹਨੂੰ ਇਹ ਇਨਕੋਡ ਨਹੀਂ ਕਰ ਸਕਦਾ ਹੈ, ਬਟ ਜਿਹੜੇ ASCII ਔਰ EBCD IC ਕੋਡ ਸੀ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਸੀਗੀ। ਸੋ ਇਹ ਨੰਬਰ ਆਫ ਯੂਜ਼ਸ ਹੈ ਯੂਨੀਕੋਡ ਦੇ। ਪਹਿਲਾ ਕੀ ਕਹਿ ਰਿਹਾ, ਇਟ ਇਜ਼ ਇਨਕਰੀਜ਼ਲੀ ਬੀਇੰਗ ਯੂਜ਼ਡ ਫॉर ਇੰਟਰਨਲ ਪ੍ਰੋਸੈਸਿੰਗ ਐਂਡ ਸਟੋਰੇਜ ਆਫ ਸਟੈਕ। ਇੰਟਰਨਲ ਪ੍ਰੋਸੈਸਿੰਗ ਮੀਨਸ ਕੰਪਿਊਟਰ ਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਜਿਹੜੇ ਸਾਰੇ ਸਿਸਟਮ ਜਿਹੜੇ ਆ ਰਹੇ ਆ, ਸਾਰਿਆਂ ਦੇ ਵਿੱਚ ਜਿਹੜੀ ਕੋਡਿੰਗ ਸਕੀਮ ਯੂਜ਼ ਹੋ ਰਹੀ ਹੈ ਯੂਨੀਕੋਡ ਹੋ ਰਹੀ ਹੈ। ਸਟਾਰਟਿੰਗ ਵਿੱਚ ASCII ਔਰ EBCD ਕੋਡ ਯੂਜ਼ ਹੁੰਦੇ ਸੀਗੇ, ਲੇਕਿਨ ਅੱਜ ਕੱਲ੍ਹ ਜਿਹੜੇ ਲੇਟੈਸਟ ਸਿਸਟਮਸ ਆ ਰਹੇ ਆ ਉਹਨਾਂ ਦੇ ਵਿੱਚ ਜਿਹੜੀ ਕੋਡਿੰਗ ਸਕੀਮ ਯੂਜ਼ ਹੋ ਰਹੀ ਹੈ, ਇੰਟਰਨਲ ਜਿਹੜੀ ਪ੍ਰੋਸੈਸਿੰਗ ਹੋ ਰਹੀ ਹੈ ਉਹਦੇ ਵਿੱਚ ਯੂਨੀਕੋਡ ਯੂਜ਼ ਹੋ ਰਿਹਾ। ਚਾਹੇ ਡਾਟਾ ਦੀ ਪ੍ਰੋਸੈਸਿੰਗ ਕਰਨੀ ਹੈ, ਚਾਹੇ ਆਪਾਂ ਡਾਟਾ ਸਟੋਰ ਕਰਨਾ ਹੈ, ਉਹ ਅਕੋਰਡਿੰਗ ਟੂ ਅ ਯੂਨੀਕੋਡ ਦੀ ਕੋਡਿੰਗ ਸਕੀਮ ਹੈ, ਉਹਦੇ ਅਕੋਰਡਿੰਗ ਹੀ ਉਹਦੀ ਪ੍ਰੋਸੈਸਿੰਗ ਹੁੰਦੀ ਹੈ। ਵਿੰਡੋ ਐਂਟੀਜ਼ ਐਂਡ ਇਟਸ ਡਿਸੈਂਡੈਂਟ। ਠੀਕ ਹੈ, ਵਿੰਡੋ ਐਂਟੀ ਤੋਂ ਬਾਅਦ ਜਿੰਨੇ ਵੀ ਆਪਰੇਟਿੰਗ ਸਿਸਟਮ ਆਏ ਹੈ ਸਾਰਿਆਂ ਦੇ ਵਿੱਚ ਯੂਨੀਕੋਡ ਯੂਜ਼ ਹੁੰਦਾ ਹੈ। ਜਾਵਾ ਲੈਂਗੁਏਜ ਇਨਵਾਇਰਮੈਂਟ ਹੈ, ਮੈਕ ਆਪਰੇਟਿੰਗ ਸਿਸਟਮ ਹੈ, ਠੀਕ ਹੈ, ਮੈਕ ਐਪਲ ਦਾ, ਆਲ ਫੋਲੋ ਯੂਨੀਕੋਡਸ ਐਜ਼ ਦਾ ਸੋਲ ਇੰਟਰਨਲ ਕਰੈਕਟਰ ਇਨਕੋਡਿੰਗ। ਸੋ ਜਿੰਨੇ ਵੀ ਅਲੱਗ-ਅਲੱਗ ਤਰ੍ਹਾਂ ਦੇ ਆਪਰੇਟਿੰਗ ਸਿਸਟਮਸ ਹੈ, ਸੋ ਸਾਰੇ ਹੀ ਅੱਜ ਕੱਲ੍ਹ ਕਿਹੜੀ ਯੂਜ਼ ਕਰਦੇ, ਯੂਨੀਕੋਡ ਨੂੰ ਕੀ ਕਰਦੇ ਆ, ਉਹ ਯੂਜ਼ ਕਰਦੇ ਆ ਫॉर देयर ਇੰਟਰਨਲ ਪ੍ਰੋਸੈਸਿੰਗ ਐਜ਼ ਵੈਲ ਐਜ਼ ਸਟੋਰੇਜ ਦਾ ਟੈਕਸਟ। ਦੂਸਰਾ, all world wide web consortium recommended that use Unicode as their document character since since HTML 4.0। ਸੋ ਕਹਿੰਦਾ ਕਿ ਜਿੰਨੀਆਂ ਵੀ ਆਪਣੇ ਕੋਲ ਵੈਬਸਾਈਟਸ ਬਣਦੀਆਂ ਹੈਗੀਆਂ, WWW ਕੰਸੋਰੀਅਮ ਰეკਮੈਂਡ ਕੀ ਕਰਦਾ ਹੈ ਕਿ ਤੁਸੀਂ ਸਾਰੇ ਯੂਨੀਕੋਡ ਯੂਜ਼ ਕਰੋ, ਬਿਕੋਜ਼ ਯੂਨੀਕੋਡ ਹਰ ਤਰ੍ਹਾਂ ਦੇ ਸਿੰਬਲ ਨੂੰ ਕੀ ਕਰਦਾ ਹੈ, ਰਿਪਰੈਜ਼ੈਂਟ ਕਰਦਾ ਹੈ। ਠੀਕ ਹੈ, HTML 4.0 ਤੋਂ ਬਾਅਦ, ਇਸ ਤੋਂ ਪਹਿਲਾਂ ASCII ਕੋਡ ਜਾਂ ABCD ID ਕੋਡ ਯੂਜ਼ ਹੁੰਦਾ ਸੀਗਾ, ਬਟ ਜਦੋਂ HTML 4. ਵਰਜਨ ਆਇਆ ਹੈ ਉਹਦੇ ਵਿੱਚ ਜਿਹੜਾ ਕੋਡਿੰਗ ਸਕੀਮ ਯੂਜ਼ ਹੋ ਰਹੀ ਆ ਉਹ ਯੂਨੀਕੋਡ ਸਕੀਮ ਹੋ ਰਹੀ ਹੈ। ਸੋ WWW ਕੰਸੋਰੀਅਮ ਸਾਰਿਆਂ ਰਿਕਮੈਂਡ ਕਰਦਾ ਹੈ ਕਿ ਜਿਹੜੀਆਂ ਵੀ ਵੈਬਸਾਈਟਸ ਬਣਨੀਆਂ ਹੈ ਉਹ ਸਾਰੀਆਂ ਇਸੇ ਕੋਡਿੰਗ ਦੇ ਥਰੂ ਬਣਨੀਆਂ ਚਾਹੀਦੀਆਂ। ਫੋਰ ਐਗਜ਼ਾਮਪਲ ਅਗਰ ਫੇਸਬੁੱਕ ਦੀ ਗੱਲ ਕਰੀਏ, ਫੇਸਬੁੱਕ ਇਕੱਲਾ ਹਿੰਦੀ ਔਰ ਪੰਜਾਬੀ ਵਿੱਚ ਹੀ ਨਹੀਂ ਬਣ ਸਕਦਾ, ਠੀਕ ਹੈ, ਜਾਂ ਇਕੱਲਾ ਇੰਗਲਿਸ਼ ਵਿੱਚ ਨਹੀਂ ਹੈ। ਔਰ ਆਪਾਂ ਨੂੰ ਪਤਾ ਹੈ ਕਿ ਫੇਸਬੁੱਕ ਆਪਾਂ ਪੰਜਾਬੀ ਵਿੱਚ ਵੀ ਯੂਜ਼ ਕਰ ਸਕਦੇ ਹਾਂ, ਹਿੰਦੀ ਵਿੱਚ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਅਲੱਗ-ਅਲੱਗ ਲੈਂਗੁਏਜਸ ਹੈਗੀਆਂ। ਅਗਰ ਉਹ ਸਿਸਟਮ ਸਪੋਰਟ ਨਹੀਂ ਕਰੇਗਾ ਤਾਂ ਉਹ ਲੈਂਗੁਏਜ ਡਿਸਪਲੇ ਨਹੀਂ ਕਰੇਗਾ, ਬਟ ਜਿਹੜਾ ਯੂਨੀਕੋਡ ਹੈ ਉਹ ਸਾਰੀਆਂ ਲੈਂਗੁਏਜ ਨੂੰ ਕੀ ਕਰਦਾ ਹੈ, ਸਪੋਰਟ ਕਰਦਾ ਹੈ। ਇਸ ਕਰਕੇ ਵੈਬਸਾਈਟ ਜਿਹੜੀਆਂ ਬਣਦੀਆਂ ਹੈ ਉਹਦੇ ਵਿੱਚ ਜਿਹੜੀ ਕੋਡਿੰਗ ਸਕੀਮ ਯੂਜ਼ ਕੀਤੀ ਜਾਂਦੀ ਹੈ, ਦੈਟ ਇਜ਼ ਅ ਯੂਨੀਕੋਡ ਸਕੀਮ ਯੂਜ਼ ਕੀਤੀ ਜਾਂਦੀ ਹੈ। ਠੀਕ ਹੈ, ASCII ਯੂਜ਼ ਕੀ ਪਹਿਲਾਂ ਯੂਜ਼ ਹੁੰਦੇ ਸੀ, ਹੁਣ ਬਹੁਤ ਘੱਟ ਹੁੰਦੇ। then Unicode is currently being adopted by a top computer industry like Microsoft, Apple, Oracle, Sun, SAP and many more in their product। ਸੋ ਜਿੰਨੀਆਂ ਵੀ ਟੌਪ ਮੋਸਟ ਕੰਪਿਊਟਰ ਇੰਡਸਟਰੀਜ਼ ਹੈਗੀਆਂ, ਮਾਈਕਰੋਸੌਫਟ ਹੋ ਗਈ, ਐਪਲ ਹੋ ਗਈ, Oracle, Sun ਜਿਹੜੀ ਜਾਵਾ ਬਣਾਉਂਦੀ ਹੈ, SAP ਹੋ ਗਈ, ਜਾਂ ਹੋਰ ਸਾਰੀਆਂ ਆਪਣੇ ਕੋਲ ਮੇਜਰ ਕੰਪਿਊਟਰ ਇੰਡਸਟਰੀਜ਼ ਹੈਗੀਆਂ ਜਿਹੜੇ ਕੰਪਿਊਟਰ ਮੈਨੂਫੈਕਚਰਿੰਗ ਕਰਦੇ ਆ, ਉਹ ਸਾਰੇ ਹੀ ਯੂਨੀਕੋਡ ਨੂੰ ਕੀ ਕਰਦੇ ਆ, ਅਡੋਪਟ ਕਰ ਰਹੇ ਆ ਔਰ ਉਹਨੂੰ ਯੂਜ਼ ਕਰ ਰਹੇ ਆ। ਤਾਂ The Unicode standards provide a unique number of every characters। Always keep in mind, ਜਿਹੜਾ Unicode ਹੋਏਗਾ ਹਰ ਇੱਕ ਕਰੈਕਟਰ ਦਾ ਯੂਨੀਕ ਉਹਦਾ ਯੂਨੀਕੋਡ ਹੋਏਗਾ, ਯੂਨੀਕ ਨੰਬਰ ਹੋਏਗਾ, ਕਿਸੇ ਵੀ ਸਿੰਬਲ ਦਾ ਡੁਪਲੀਕੇਟ ਨੰਬਰ ਨਹੀਂ ਹੋਏਗਾ। ਅਗਰ ਯੂਨੀਕ ਹੋਏਗਾ ਤੇ ਉੱਥੇ ਆਪਣੇ ਕੋਲ ਡਾਟਾ ਮਿਸਮੈਚ ਦੀ ਪ੍ਰੋਬਲਮ ਹੋ ਹੀ ਨਹੀਂ ਸਕਦੀ। No matter what platform, devices, application or languages is used।
ਚਾਹੇ ਕੋਈ ਮੈਟਰ ਨਹੀਂ ਕਰਦਾ, ਚਾਹੇ ਜਿਹੜੇ ਮਰਜ਼ੀ ਆਪਰੇਟਿੰਗ ਸਿਸਟਮ ਦੇ ਉੱਪਰ ਕੰਮ ਕਰੋ, ਜਿਹੜੇ ਮਰਜ਼ੀ ਡਿਵਾਈਸ ਦੇ ਉੱਪਰ ਕੰਮ ਕਰੋ, ਜਾਂ ਜਿਹੜੇ ਮਰਜ਼ੀ ਸੌਫਟਵੇਅਰ ਲੈਂਗੁਏਜ ਦੇ ਉੱਪਰ ਕੰਮ ਕਰੋ, ਸਾਰਿਆਂ ਦੇ ਵਿੱਚ ਕੀ ਹੋਏਗਾ, ਹਰ ਇੱਕ ਜਿਹੜਾ ਨੰਬਰ ਹੋਏਗਾ ਉਹਦਾ ਕੀ ਹੋਏਗਾ, ਯੂਨੀਕ ਨੰਬਰ ਹੋਏਗਾ। ਔਰ ਹਰ ਇੱਕ ਦਾ ਕਰੈਕਟਰ ਯੂਨੀਕ ਨੰਬਰ ਹੋਣਾ ਚਾਹੀਦਾ ਹੈ। ਫੋਰ ਐਗਜ਼ਾਮਪਲ ਤੁਹਾਨੂੰ ਤੁਸੀਂ ਡਾਟਾ ਮੋਬਾਈਲ 'ਤੇ ਯੂਜ਼ ਕਰ ਰਹੇ ਹੋ ਔਰ ਕਮਿਊਨੀਕੇਟ ਤੁਸੀਂ ਲੈਪਟਾਪ ਨਾਲ ਕਰ ਰਹੇ ਹੋ, ਅਗਰ ਮੈਂ ਇੱਥੇ ਕੈਪੀਟਲ A ਪ੍ਰੈਸ ਕਰ ਰਿਹਾ ਹਾਂ, ਉਹਦਾ ਜੋ ਵੀ ਆਪਣੇ ਕੋਲ ਯੂਨੀਕੋਡ ਬਣੇਗਾ ਉਹੀ ਆਪਣੇ ਕੋਲ ਲੈਪਟਾਪ ਦੇ ਉੱਪਰ ਵੀ ਕੀ ਹੋਗਾ, ਅਸੈਪਟੇਬਲ ਹੋ। ਇਹ ਨਹੀਂ ਹੈ ਕਿ ਲੈਪਟਾਪ ਵਾਸਤੇ ਯੂਨੀਕੋਡ ਕੁਝ ਹੋਰ ਹੈ, ਮੋਬਾਈਲ ਵਾਸਤੇ ਕੁਝ ਹੋਰ ਹੈ, ਜਾਂ ਆਪਰੇਟਿੰਗ ਸਿਸਟਮ ਅਲੱਗ-ਅਲੱਗ ਯੂਜ਼ ਕਰ ਰਹੇ ਹਾਂ ਉਹਨਾਂ ਦੇ ਵਾਸਤੇ ਹੋਰ ਹੈ, ਨੋ। ਸੋ ਜਿੰਨੇ ਵੀ ਸਿੰਬਲਸ ਹੋਣਗੇ ਸਾਰੇ ਆਪਣੇ ਕੋਲ ਇੱਕ ਯੂਨੀਕ ਨੰਬਰ ਹੋਏਗਾ। ਸੋ ਇਸ ਕਰਕੇ ਲਿਖਿਆ ਹੋਇਆ ਹੈ ਯੂਨੀਕੋਡ standard provides the unique number for every character। ठीक है, डजेंट मैटर कि वो किहड़ा ऑपरेटिंग सिस्टम यूज़ कर रहा है, किहड़ा डिवाइस यूज़ कर रहा है, या किहड़ी वो लैंग्वेज या एप्लीकेशन यूज़ कर रहा है। इट हैज़ बीन अडॉप्टेड बाय ऑल मॉडर्न सॉफ्टवेयर प्रोवाइडर्स एंड नाउ allow data to be transferred through many different platform devices and application without corruption। ਸੋ ਜਿੰਨੇ ਵੀ ਆਪਣੇ ਕੋਲ ਅੱਜ ਕੱਲ੍ਹ ਸੌਫਟਵੇਅਰ ਹੈ ਜਾਂ ਸੌਫਟਵੇਅਰ ਬਣਾ ਕੇ ਤੁਹਾਨੂੰ ਦਿੰਦੇ ਆ, ਕੰਪਨੀਆਂ ਦੇ ਰਹੀਆਂ ਹੈ, ਜਿਹੜੇ ਸੌਫਟਵੇਅਰ ਯੂਜ਼ ਕਰਦੇ ਆ ਜਾਂ ਡਾਟਾ ਨੂੰ ਟਰਾਂਸਪੋਰਟ ਕਰਨਾ ਹੈ ਬਿਟਵੀਨ ਅ ਵੇਰੀਅਸ ਪਲੇਟਫਾਰਮ ਦਾ ਮਤਲਬ ਹੁੰਦਾ ਕਿ ਇੱਕ ਆਪਰੇਟਿੰਗ ਸਿਸਟਮ ਤੋਂ ਦੂਸਰੇ ਡਿਫਰੈਂਟ ਟਾਈਪਸ ਆਫ ਆਪਰੇਟਿੰਗ ਸਿਸਟਮ ਜਾਂ ਡਿਫਰੈਂਟ ਟਾਈਪਸ ਆਫ ਡਿਵਾਈਸਿਸ ਜਾਂ ਡਿਫਰੈਂਟ ਟਾਈਪਸ ਆਫ ਸੌਫਟਵੇਅਰ, ਡਾਟਾ ਈਜ਼ੀਲੀ ਕੀ ਹੋ ਜਾਏਗਾ, ਉਹ ट्रांसफ़र हो जाएगा और उन्होंने ईजीली अंडरस्टैंड करेगा विदाउट एनी करप्शन और विदाउट एनी मिसमैच, कोई भी मिसमैच नहीं होएगा। सो कहने का भाव यह है कि यूनीकोड अगर आप यूज़ कर रहे हैं सारे सिस्टम में कॉमनली यूज़ हो रहा है, चाहे मोबाइल फोन ले लो, चाहे लैपटॉप ले लो, चाहे डेस्कटॉप ले लो, या जिन्हें भी आप सिस्टम यूज़ कर रहे हैं उन्हें भी यूनीकोड ही यूज़ हो रहा है। अगर सारे पास यूनीकोड यूज़ हो रहा है तो डाटा मिसमैच की प्रॉब्लम आएगी नहीं, ठीक है। सो सपोर्ट फॉर यूनीकोड फॉर्म्स द फाउंडेशन फॉर रिप्रेजेंटेशन ऑफ लैंग्वेजेस एंड सिंबल्स in all major operating system, search engines, browsers, laptop, smartphone, plus the internet and worldwide URLs, HTML, XML, CSS, JSON ਆਪਣੇ ਕੋਲ ਸਾਰੇ ਹੀ ਕੀ ਕਰਦੇ ਆ, ਇਹ ਡਿਫਰੈਂਟ ਜਿੰਨੇ ਵੀ ਇਹਦੇ ਵਿੱਚ ਸਿੰਬਲਸ ਹੈਗੇ ਆ ਸਾਰੇ ਕੌਣ ਸਪੋਰਟ ਕਰਦਾ ਹੈ, ਯੂਨੀਕੋਡ ਜਿਹੜਾ ਸਪੋਰਟ ਕਰਦਾ ਹੈ। ਚਾਹੇ ਆਪਰੇਟਿੰਗ ਸਿਸਟਮ ਦੀ ਗੱਲ ਕਰ ਲਓ, ਸਰਚ ਇੰਜਨ ਤੁਹਾਡਾ ਜਿੱਦਾਂ ਗੂਗਲ ਹੋ ਗਿਆ ਜਿਹਦੇ ਵਿੱਚ ਆਪਾਂ ਸਰਚਿੰਗ ਕਰਦੇ ਹਾਂ, ਠੀਕ ਹੈ, ਯਾਹੂ ਸਰਚ ਇੰਜਨ ਹੋ ਗਿਆ, ਬਰਾਊਜ਼ਰ ਤੁਹਾਡਾ ਜਿੱਦਾਂ ਕਿ ਕ੍ਰੋਮ ਹੋ ਗਿਆ, ਮੋਜ਼ੀਲਾ ਹੋ ਗਿਆ, ਇੰਟਰਨੈਟ ਐਕਸਪਲੋਰਰ ਹੋ ਗਿਆ, ਲੈਪਟਾਪ ਜਿਹੜਾ ਆਪਾਂ ਯੂਜ਼ ਕਰ ਰਹੇ ਹਾਂ, ਜਾਂ ਸਮਾਰਟਫੋਨ ਜਿਹੜਾ ਆਪਾਂ ਜਿਹੜਾ ਮੋਬਾਈਲ ਫੋਨ ਯੂਜ਼ ਕਰ ਰਹੇ ਹਾਂ, ਪਲੱਸ ਜਿੰਨੀਆਂ ਵੀ ਆਪਣੇ ਕੋਲ ਇੰਟਰਨੈਟ ਦੇ ਉੱਪਰ ਵੈਬਸਾਈਟਸ ਹੈਗੀਆਂ ਹੈ ਜਾਂ ਡਿਫਰੈਂਟ ਲੈਂਗੁਏਜਸ ਹੈਗੀਆਂ ਜਿਹੜੇ ਕਿ ਵੈਬਸਾਈਟ ਡਿਵੈਲਪ ਕਰਦੀਆਂ ਹੈ, ਉਹ ਸਾਰੇ ਹੀ ਯੂਨੀਕੋਡ ਨੂੰ ਕੀ ਕਰਦੇ ਆ, ਸਪੋਰਟ ਕਰਦੇ ਆ, ਤਾਂ ਕਿ ਡਾਟਾ ਮੇਰੇ ਕੋਲ ਮਿਸਮੈਚ ਨਾ ਹੋਵੇ। ਕਲੀਅਰ। ਸੋ ਅਗਰ ਧਿਆਨ ਦੇ ਨਾਲ ਦੇਖੋ, ਹੁਣ ਦੇਖੋ ਇਹ ਆਪਣੇ ਕੋਲ ਕੈਪੀਟਲ A ਹੈ, ਕੈਪੀਟਲ A ਦੇ ਵਿੱਚ ਦੇਖੋ ਤੇ ਮੈਂ ਯੂਜ਼ ਕਰ ਰਿਹਾ ਯੂਨੀਕੋਡ ਹੈਕਸਾਡੈਸੀਮਲ ਫਾਰਮ ਦੇ ਵਿੱਚ, ਉਹਦਾ ਜਿਹੜਾ ਕਰੈਕਟਰ ਕੋਡ ਕੀ ਆ ਰਿਹਾ ਮੇਰੇ ਕੋਲ ਕੈਪੀਟਲ A ਦਾ, ਡੈਟ ਇਜ਼ 0041। ਕਲੀਅਰ। ਅਗਰ ਆਪਾਂ ਆਸਕੀ ਦੀ ਗੱਲ ਕਰੀਏ ਉਹਦੇ ਵਿੱਚ ਦੇਖੋ ਧਿਆਨ ਦੇ ਨਾਲ, ਜਿਹੜਾ ਮੇਰੇ ਕੋਲ ਕੈਪੀਟਲ A ਸੀਗਾ ਉਹਦਾ ਕਰੈਕਟਰ ਕੋਡ ਕਿੰਨਾ ਆ ਰਿਹਾ ਸੀ ਮੇਰੇ ਕੋਲ 65। ਕਲੀਅਰ। ਆਸਕੀ ਡੈਸੀਮਲ ਦੇ ਵਿੱਚ ਜਦੋਂ ਆਪਾਂ ਯੂਨੀਕੋਡ ਦੀ ਗੱਲ ਕਰਾਂਗੇ ਉਹਦੇ ਵਿੱਚ ਜਿਹੜਾ ਕੈਪੀਟਲ A ਹੈ ਉਹਦਾ ਕਰੈਕਟਰ ਕੋਡ ਕੀ ਹੈ, ਡਿਫਰੈਂਟ ਹੋਏਗਾ, ਇਹਨਾਂ ਹੈਕਸਾਡੈਸੀਮਲ ਫਾਰਮ ਹੈ 0041, ਠੀਕ ਹੈ, ਅਗਰ ਕੈਪੀਟਲ A। ਸਿਮਿਲਰਲੀ ਅਗਰ ਸਮਾਲ A ਹੈ, ਸਮਾਲ A ਦੇ ਵਿੱਚ ਦੇਖੋ ਅਗਰ ਆਪਾਂ ਯੂਨੀਕੋਡ ਆਸਕੀ ਦੀ ਗੱਲ ਕਰੀਏ ਉਹਦੇ ਵਿੱਚ ਆਪਣੇ ਕੋਲ ਜਿਹੜਾ ਸਮਾਲ A ਸੀਗਾ ਉਹਦਾ ਜਿਹੜਾ ਕਰੈਕਟਰ ਕੋਡ ਸੀਗਾ ਆਪਣੇ ਕੋਲ 97 ਸੀਗਾ ਇਨ ਕੇਸ ਆਫ ਆਸਕੀ। ਬਟ ਜਦੋਂ ਆਪਾਂ ਇੱਥੇ ਯੂਨੀਕੋਡ ਦੀ ਗੱਲ ਕਰਾਂਗੇ ਉਹਦੇ ਵਿੱਚ ਜਿਹੜਾ ਕੈਪੀਟਲ A ਹੋਏਗਾ ਉਹਦਾ ਜਿਹੜਾ ਹੈਕਸਾਡੈਸੀਮਲ ਯੂਨੀਕੋਡ ਹੋਏਗਾ, ਜਿਹੜਾ ਯੂਨੀਕੋਡ ਹਮੇਸ਼ਾ ਹੈਕਸਾਡੈਸੀਮਲ ਫਾਰਮ ਦੇ ਵਿੱਚ ਹੋਏਗਾ, ਉਹਦਾ ਕਰੈਕਟਰ ਕੋਡ ਕੀ ਬਣੇਗਾ 0061। ਯੂਨੀਕੋਡ ਹਮੇਸ਼ਾ ਹੈਕਸਾਡੈਸੀਮਲ ਫਾਰਮ ਦੇ ਵਿੱਚ ਹੋਏਗਾ, ਜਿਹੜਾ ਆਸਕੀ ਹੈ ਉਹ ਡੈਸੀਮਲ ਫਾਰਮ ਦੇ ਵਿੱਚ ਵੀ ਹੋ ਸਕਦਾ ਹੈ ਐਜ਼ ਵੈਲ ਐਜ਼ ਆ ਹੈਕਸਾਡੈਸੀਮਲ ਫਾਰਮ ਦੇ ਵਿੱਚ ਵੀ ਹੋ ਸਕਦਾ ਹੈ। ਕਲੀਅਰ। ਸੋ ਅਗਰ ਆਪਾਂ ਟੇਬਲ ਦੀ ਗੱਲ ਕਰੀਏ in the previous slides, this one ਇਹ ਆਪਣੇ ਕੋਲ ਕੀ ਯੂਨੀਕੋਡ ਦਾ ਟੇਬਲ ਹੈ। ਅਗਰ ਕਹਿੰਦਾ ਕਿ ਨਲ ਕਰੈਕਟਰ ਹੈ ਤੇ ਆਪਣੇ ਕੋਲ ਡੈਸੀਮਲ ਵਿੱਚ ਉਹਦੀ ਵੈਲਿਊ 00 ਹੋਏਗੀ, ਯੂਨੀਕੋਡ ਦੇ ਵਿੱਚ ਆ ਵੈਲਿਊ ਹੋਏਗੀ, ਠੀਕ ਹੈ, U + 0000 ਅੱਗੇ U ਲੱਗਿਆ ਡੈਟ ਮੀਨਸ ਕੀ ਹੋਏਗਾ, ਇਹ ਯੂਨੀਕੋਡ ਹੋਏਗਾ, ਠੀਕ ਹੈ। ਔਰ ਉਹਦਾ ਮਤਲਬ ਕੀ ਹੋਏਗਾ, ਨਲ ਕਰੈਕਟਰ। ਜਿੱਦਾਂ ਹੀ ਸਟਾਰਟ ਆਫ ਹੈਡਿੰਗ ਹੈ ਸਾਰਿਆਂ ਦੇ ਮੀਨਿੰਗ ਦੱਸੇ ਹੋਏ ਆ, ਠੀਕ ਹੈ। ਬੈਕ ਸਪੇਸ ਯੂਜ਼ ਕਰ ਰਹੇ ਆ ਯੂਨੀਕੋਡ ਦੇ ਵਿੱਚ, ਉਹਦਾ ਆਪਣੇ ਕੋਲ ਸਿੰਬਲ ਕੀ ਹੋਏਗਾ U + 0008, ਡੈਸੀਮਲ ਵਿੱਚ 8 ਹੋਏਗਾ, ਆਕਟਲ ਡੈਸੀਮਲ ਵਿੱਚ ਕੀ ਹੋਏਗਾ ਮੇਰੇ ਕੋਲ 010, ਔਰ ਸ਼ਾਰਟ ਫਾਰਮ ਕੀ ਹੋਏਗੀ BS ਹੋਏਗੀ, ਠੀਕ ਹੈ। ਇੱਦਾਂ ਹੀ ਆਪਾਂ ਨੀਚੇ ਜਾ ਸਕਦੇ ਦੇਖ ਸਕਦੇ ਹਾਂ ਲਾਈਕ ਦਿਸ, ਠੀਕ ਹੈ। ਹਰ ਇੱਕ ਦਾ ਆਪਣੇ ਕੋਲ ਕੀ ਹੋਏਗਾ, ਅਲੱਗ ਹੋਏਗਾ, ਕਿਸੇ ਦਾ ਵੀ ਆਪਣੇ ਕੋਲ ਸੇਮ ਨਹੀਂ ਹੋਏਗਾ। ਜਿਹੜੀ ਮਰਜ਼ੀ ਆਪਾਂ ਲਾਈਨ ਯੂਜ਼ ਕਰ ਲਈਏ, ਆਪਾਂ ਇਹ ਦੇਖ ਲੈਂਦੇ ਸ਼ਾਰਟ ਫਾਰਮ ਲਾਈਕ ਦਿਸ,
ਦਿਸ ਵਨ ਦੇਖੋ ਇੱਥੇ ਆਪਣੇ ਕੋਲ ਸਾਈਨ ਆਫ ਐਕਸਕਲਾਮੇਸ਼ਨ ਹੈ, ਉਹਦਾ ਯੂਨੀਕੋਡ ਕਿੰਨਾ ਹੈ 0021, ਇਹਨੂੰ ਆਪਾਂ ਐਕਸਕਲਾਮੇਸ਼ਨ ਮਾਰਕਸ ਕਹਿੰਦੇ ਆ। ਸਿਮਿਲਰਲੀ ਪਰਸੈਂਟੇਜ ਹੈ ਜਾਂ ਡਾਲਰ ਹੈ, ਡਾਲਰ ਦੇਖ ਲਓ ਉਹਦਾ ਡੈਸੀਮਲ 36 ਬਣਦਾ ਹੈ ਔਰ ਯੂਨੀਕੋਡ ਕੀ ਬਣੇਗਾ 0024। ਕਲੀਅਰ। ਸੋ ਥੀਸ ਆਲ ਆਰ ਆਪਣੇ ਕੋਲ ਕੀ ਹੋ ਗਏ ਡਿਫਰੈਂਟ ਉਹਦੇ ਕੀ ਹੋਣਗੇ ਸਿੰਬਲਸ ਹੋਣਗੇ। ਇਹ ਆਸਕੀ ਪੰਚੁਅਲ ਸਿੰਬਲ ਦੈਟ ਮੀਨਸ ਇਹ ਆਸਕੀ ਵਿੱਚ ਯੂਜ਼ ਹੋ ਰਿਹਾ, ਠੀਕ ਹੈ। ਇਹ ਆਸਕੀ ਡਿਜਿਟਸ ਹੋ ਗਏ, ਇਹ ਆਸਕੀ ਪੰਚੁਏਸ਼ਨ ਸਿੰਬਲਸ ਹੋ ਗਏ, ਇਹ ਲੈਟਿਨ ਅਪਰ ਅਲਫਾਬੈਟਸ ਹੋ ਗਏ। ਇਹ ਦੈਟ ਮੀਨਸ ਕੀ ਹੋਏਗਾ ਸਾਰੇ ਹੀ ਜਿਹੜਾ ਆਪਣੇ ਕੋਲ ਯੂਨੀਕੋਡ ਹੈ ਇਹ ਸਾਰੇ ਹੀ ਕੀ ਸਪੋਰਟ ਕਰਦਾ। ਦੇਖ ਲਓ ਕਿੰਨੇ ਸਿੰਬਲਸ ਆ ਰਹੇ ਆਪਣੇ ਕੋਲ, ਥੀਸ ਆਲ ਆਰ ਸਿੰਬਲਸ, ਇਹਨਾਂ ਦਾ ਕੀ ਯੂਨੀਕੋਡ ਹੋਏਗਾ ਆਪਾਂ। ਕਲੀਅਰ। ਥੀਸ ਆਲ ਆਰ ਸਿੰਬਲਸ, ਪੰਚੁਏਸ਼ਨ ਸਿੰਬਲਸ ਹੋ ਗਏ ਸਾਰੇ ਕੈਟੇਗਰਾइज ਕੀਤੇ, ਦੇਖੋ ਕਿੰਨੇ ਸਿੰਬਲਸ ਆ ਰਹੇ ਆ, ਠੀਕ ਹੈ। ਇਹ ਮੈਥ ਦੇ ਸਿੰਬਲਸ ਹੋ ਗਏ ਸਾਰੇ ਅਪਰ ਕੇਸ ਹੋ ਗਏ, ਦੇਖੋ ਇਹ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਕੋਲ ਸਾਰੇ ਪਾਸੇ ਆ ਰਹੇ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਆਪਣੇ ਕੋਲ ਯੂਨੀਕੋਡ ਹੈ ਦੇਖ ਲਓ ਕਿੰਨੇ ਕਰੈਕਟਰ ਨੂੰ ਉਹ ਸਪੋਰਟ ਕਰ ਰਿਹਾ। ਆਸਕੀ ਇਹਨੇ ਔਰ EBCDI ਇਹਨਾਂ ਨੂੰ ਸਪੋਰਟ ਉਹ ਨਹੀਂ ਕਰਦਾ ਸੀ, ਨਾਲ ਦੀ ਨਾਲ ਉਹਦੀ ਕੋਰਸਪੋਂਡਿੰਗ ਵੈਲਿਊ ਦਿੱਤੀ ਹੋਈ, ਜਿਹੜਾ ਕੋਡ ਹੈ ਉਹਦੀ ਨਾਲ ਦੀ ਉਹਦੀ ਵੈਲਿਊ ਦਿੱਤੀ। ਦਿਸ ਵਨ ਐਕਚੁਅਲ ਵੈਲਿਊ ਹੈ ਆਪਣੀ ਕੋਲ ਉਹਦੀ ਹਰ ਇੱਕ ਦੀ ਯੂ ਕੈਨ ਸੀ। ਸੋ 65535 ਆਪਣੇ ਕੋਲ ਵੈਲਿਊਜ਼ ਹੈ। ਸੋ ਕਾफ़ी ਲੰਬਾ ਟੇਬਲ ਆਪਣੇ ਕੋਲ ਚਲਾ ਜਾਂਦਾ। ਦੇਖ ਲਓ ਸਾਰੇ ਹੀ ਅਲੱਗ-ਅਲੱਗ ਸਿੰਬਲਸ ਨਜ਼ਰ ਆ ਰਹੇ ਆ। ਦੇਖੋ C ਪੁੱਠਾ ਹੈ, B ਛੋਟਾ ਹੈ, ਅਲੱਗ-ਅਲੱਗ ਫੌਂਟਸ ਹੈ। ਸੋ ਯੂਨੀਕੋਡ ਸਾਰਿਆਂ ਨੂੰ ਕੀ ਕਰਦਾ ਹੈ ਸਪੋਰਟ ਕਰਦਾ ਹੈ। ਥੀਸ ਆਲ ਆਰ ਡਿਫਰੈਂਟ ਕਾइंड्स ऑफ अ symbol. So this is all about alphanumeric codes. ਸੋ ਆਪਾਂ ਇਹ ਸਾਰਾ ਡਿਸਕਸ ਕਰ ਚੁੱਕੇ ਹਾਂ ਕਿ ਹੁਣ ਕੀ ਹੋ ਗਿਆ। ਸਮਰਾਈਜ਼ ਕਰ ਲਈਏ, ਜਿਹੜਾ ਆਪਣੇ ਕੋਲ ਅਲਫਾਨੁਮੈਰਿਕ ਕੋਡ ਦਾ ਮਤਲਬ ਹੁੰਦਾ ਜਿਹਦੇ ਵਿੱਚ ਅਲਫਾਬੈਟਸ ਨੰਬਰਸ ਔਰ ਸਪੈਸ਼ਲ ਸਿੰਬਲਸ ਹੋਣਗੇ, ਉਹਨੂੰ ਆਪਾਂ ਕੰਪਿਊਟਰ ਲੈਂਗੁਏਜ ਵਿੱਚ ਕਨਵਰਟ ਕਰਨਾ ਹੈ। ਉਹਦੇ ਵਾਸਤੇ ਅਲੱਗ-ਅਲੱਗ ਕੋਡ ਹੈ, ਇੱਕ ਹੈ ਆਸਕੀ ਕੋਡ ਹੈ, ਦੂਜਾ EBCDID ਕੋਡ ਹੈ, ਤੀਜਾ ਯੂਨੀਕੋਡ ਹੈ, ਠੀਕ ਹੈ। ਤਿੰਨੇ ਜਿਹੜੇ ਕੋਡਸ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਕੀ ਹੈ ਪਰਟੀਕੂਲਰ ਅਲਫਾਬੈਟਸ ਜਾਂ ਨਿਊਮੈਰਿਕ ਜਾਂ ਸਿੰਬਲ ਨੂੰ ਕੀ ਕਰਦੇ ਆ ਉਹ ਇਨਕੋਡ ਕਰਦੇ ਆ ਤਾਂ ਕਿ ਕੰਪਿਊਟਰ ਸਿਸਟਮ ਉਹਨੂੰ ਅੰਡਰਸਟੈਂਡ ਕਰ ਸਕੇ। ਬਟ ਜਿਹੜਾ ਆਸਕੀ ਔਰ EBCD ਕੋਡ ਹੈ ਇਹਦੀਆਂ ਕੁਝ ਲਿਮਿਟੇਸ਼ਨਸ ਹੈ। ਲਿਮਿਟੇਸ਼ਨ ਕੀ ਹੈ, ਇੱਕ ਤਾਂ ਆਪਸ ਇਹਨਾਂ ਦੀ ਕੋਈ ਕੰਪੈਟੀਬਿਲਿਟੀ ਨਹੀਂ ਹੈ ਔਰ ਦੂਜਾ ਕੀ ਇਹ ਬਹੁਤ ਘੱਟ ਕਰੈਕਟਰ ਨੂੰ ਸਪੋਰਟ ਕਰਦੇ। ਬਟ ਕਿ ਆਲ ਓਵਰ ਦਾ ਬਹੁਤ ਸਾਰੇ ਕਰੈਕਟਰਸ ਹੈਗੇ ਆ, ਤੇ ਅਗਰ ਉਹ ਆਪਾਂ ਯੂਜ਼ ਕਰਾਂਗੇ ਤਾਂ ਅਗਰ ਸਿਸਟਮ ਆਸਕੀ ਜਾਂ EBCD ਕੋਡ ਯੂਜ਼ ਕਰ ਰਿਹਾ ਤੇ ਉਹਨੂੰ ਸਪੋਰਟ ਨਹੀਂ ਕਰੇਗਾ ਔਰ ਆਪਣੇ ਕੋਲ ਰੋਂਗ ਜਿਹੜਾ ਹੈ ਡਾਟਾ ਐਕਸੈਪਟ ਹੋ ਜਾਏਗਾ, ਠੀਕ ਹੈ। ਬਟ ਯੂਨੀਕੋਡ ਜਿਹੜਾ ਹੈ ਉਹ ਸਾਰੇ ਹੀ ਆਲ ਓਵਰ ਦਾ ਵਰਲਡ ਜਿੰਨੇ ਵੀ ਸਿੰਬਲਸ ਹੈ ਅਲੱਗ-ਅਲੱਗ ਫੌਂਟਸ ਤੁਹਾਨੂੰ ਦਿਖਾਈਆਂ ਹੋਈਆਂ ਹੈ ਉਹ ਸਾਰਿਆਂ ਨੂੰ ਸਪੋਰਟ ਕਰਦਾ ਹੈ। ਉਹ ਇਹ ਨਹੀਂ ਹੈ ਕਿ ਆਪਰੇਟਿੰਗ ਸਿਸਟਮ 'ਤੇ ਲੱਗ ਹੋਏਗਾ, ਮੋਬਾਈਲ 'ਤੇ ਲੱਗ ਹੋਏਗਾ, ਲੈਪਟਾਪ 'ਤੇ ਲੱਗ ਹੋਏਗਾ, ਸਾਰਿਆਂ ਵਾਸਤੇ ਕਾਮਨ ਹੋਏਗਾ। ਦਾ ਮੋਸਟ ਇੰਪੋਰਟੈਂਟ ਇੱਕ ਗੱਲ ਯਾਦ ਰੱਖਣੀ ਹੈ ਆਪਣੇ ਕੋਲ ਜਿੰਨੇ ਵੀ ਸਿੰਬਲਸ ਹੈ ਜਿੰਨੇ ਵੀ ਕਰੈਕਟਰਸ ਹੈ ਸਾਰਿਆਂ ਦਾ ਯੂਨੀਕੋਡ ਹੋਏਗਾ। ਚਾਹੇ ਆਸਕੀ ਦੀ ਗੱਲ ਕਰ ਲਓ, ਚਾਹੇ EBCD ਦੀ ਗੱਲ ਕਰ ਲਓ, ਚਾਹੇ ਯੂਨੀਕੋਡ ਦੀ ਗੱਲ ਕਰ ਲਓ, ਸਾਰਿਆਂ ਦਾ ਇੱਕ ਹੀ ਯੂਨੀਕੋਡ ਹੋਏਗਾ, ਸਾਰਿਆਂ ਸੇਮ ਨਹੀਂ ਹੋ ਸਕਦਾ। ਡੁਪਲੀਕੇਟ ਯੂਨੀਕੋਡ ਕਿਸੇ ਦਾ ਵੀ ਕਰੈਕਟਰ ਕੋਡ ਨਹੀਂ ਹੋਏਗਾ। ਸੋ ਦਿਸ ਇਜ਼ ਆਲ ਅਬਾਊਟ ਅਲਫਾਨੁਮੈਰਿਕ ਕੋਡਸ ਔਰ ਇਹਦੇ ਨਾਲ ਹੀ ਆਪਣਾ ਇਹ ਚੈਪਟਰ ਜਿਹੜਾ ਹੈ ਖਤਮ ਹੁੰਦਾ ਹੈ। ਸੋ ਦਿਸ ਇਜ਼ ਅਗੇਨ ਆਈ ਰਿਪੀਟ ਵੈਰੀ ਇੰਪॉर्टेंट क्वेश्चन फ्रॉम एग्जामिनेशन पॉइंट ऑफ व्यू। क्वेश्चन आ सकता है राइट ए शॉर्ट नोट ऑन अल्फानुमेरिक कोड्स या वट इज डिफरेंस बिटवीन आस्की कोड एंड EBCDIC कोड, ठीक है। या इन्होंने भी डिफरेंस पूछ सकता है या कला कला कोई पर्टिकुलर कोड पूछ सकता है, ठीक है। सो बी प्रिपेयर फॉर दैट। सो टिल देन थैंक यू। आप नैक्सट सैशन स्टार्ट करांगे विद न्यू चैप्टर एंड द नेम इज़ logic gates and a family. Till then, thank you.